ਅੰਮ੍ਰਿਤਪਾਲ ਦੇ ਰਾਜ਼ਦਾਰ ਨੇ ਨਿਊਜ਼ 18 ਤੇ ਖੋਲੇ ਰਾਜ਼। ਕਿਹਾ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਨਹੀਂ ਸੀ ਕੋਈ ਪ੍ਰੋਫੈਸ਼ਨਲ ਡਾਕਟਰ, ਲੋਕਾਂ ਦੀ ਸਿਹਤ ਦੇ ਨਾਲ ਕੀਤਾ ਜਾ ਰਿਹਾ ਸੀ ਖਿਲਵਾੜ। ਪੀੜਤ ਉੱਥੇ ਕੋਈ ਨਹੀਂ ਛੱਡਦੇ ਸੀ ਨਸ਼ਾ। ਮੋਰਿੰਡਾ ਦੇ ਵਿੱਚ ਬੇਅਦਬੀ ਤੇ ਭਾਰੀ ਬਵਾਲ, ਸੰਗਤ ਨੇ ਸਖਤ ਕਾਰਵਾਈ ਦੀ ਕੀਤੀ ਮੰਗ। ਪਹਿਲਾਂ ਘੇਰਿਆ ਥਾਣਾ, ਫਿਰ ਸੜਕ ਤੇ ਲਗਾਇਆ ਧਰਨਾ। ਮੋਰਿੰਡਾ ਬੇਅਦਬੀ ਮਾਮਲੇ ਤੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ। ਕਿਹਾ ਗੁਰੂ ਘਰ ਦੇ ਵਿੱਚ ਹੋਈ ਘਟਨਾ ਬੇਹੱਦ ਨਿੰਦਣਯੋਗ, ਘਟਨਾ ਨੂੰ ਅੰਜਾਮ ਦੇਣ ਵਾਲੇ ਨੂੰ ਮਿਲੇਗੀ ਸਖਤ ਸਜ਼ਾ, ਗੁਰੂ ਦਾ ਸਨਮਾਨ ਸਭ ਤੋਂ ਪਹਿਲਾਂ। ਫਰੀਦਕੋਟ ਬੇਅਦਬੀ ਕੇਸ ਦੇ ਵਿੱਚ ਪੁਲਿਸ ਨੇ 2 ਮੁਲਜ਼ਮ ਕੀਤੇ ਗ੍ਰਿਫਤਾਰ। 28 ਅਪ੍ਰੈਲ ਤੱਕ ਮਿਲਿਆ ਰਿਮਾਂਡ, ਸੀਸੀਟੀਵੀ ਦੇ ਆਧਾਰ ਦੇ ਉੱਤੇ ਹੋਈ ਗ੍ਰਿਫਤਾਰੀ। ਪਿੰਡ ਗੋਲੇਵਾਲਾ ਦੀ ਘਟਨਾ। ਫਰੀਦਕੋਟ ਅਤੇ ਮੋਰਿੰਡਾ ਦੀ ਵਾਰਦਾਤ ਤੇ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਨੇ ਵਿਖਾਈ ਸਖਤੀ। ਕਿਹਾ ਸਿਰਫ ਮਿਸਾਲੀ ਸਜ਼ਾ ਹੀ ਰੋਕ ਸਕਦੀ ਹੈ ਬੇਅਦਬੀ। ਲੋਕਾਂ ਨੂੰ ਵੀਡੀਓ ਸ਼ੇਅਰ ਨਾ ਕਰਨ ਦੀ ਵੀ ਅਪੀਲ। ਕਪੂਰਥਲਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ 2 ਧਿਰਾਂ ਦੇ ਵਿਚਾਲੇ ਖੂਨੀ ਤਕਰਾਰ। ਗੁਰਦੁਆਰੇ ਦੇ ਪ੍ਰਬੰਧਾਂ ਦੇ ਅਧਿਕਾਰ ਨੂੰ ਲੈ ਕੇ ਹੋਈ ਝੜਪ। ਦੋਵੇਂ ਧਿਰਾਂ ਦੇ 3 ਤੋਂ 4 ਲੋਕ ਜ਼ਖਮੀ। ਅਰੁਣਾਚਲ ਪ੍ਰਦੇਸ਼ ਦੇ ਗੁਰਦੁਆਰੇ ਨੂੰ ਬੋਧੀ ਸਥਾਨ ਬਣਾਉਣ ਦਾ ਜਥੇਦਾਰ ਨੇ ਲਿਆ ਸਖਤ ਨੋਟਿਸ। ਬੋਲੇ ਖਤਮ ਕੀਤੇ ਜਾ ਰਹੇ ਨੇ ਸਿੱਖਾਂ ਦੇ ਇਤਿਹਾਸਿਕ ਸਥਾਨ, ਕੇਂਦਰ ਸਰਕਾਰ ਦਖਲ ਦੇ ਕੇ ਬਹਾਲ ਕਰਾਏ ਗੁਰਦੁਆਰਾ ਸਾਹਿਬ। ਲੁਧਿਆਣਾ 'ਚ ਸਿਹਤ ਵਿਭਾਗ ਦੀ ਟੀਮ ਨੇ ਲਿੰਗ ਜਾਂਚ ਕੇਂਦਰ ਦਾ ਕੀਤਾ ਪਰਦਾਫਾਸ਼। ਇੱਕ ਸ਼ਖਸ ਨੂੰ ਕੀਤਾ ਗ੍ਰਿਫਤਾਰ, ਘਰ ਦੇ ਵਿੱਚ ਹੀ ਲਗਾਈ ਗਈ ਸੀ ਅਲਟਰਾਸਾਊਂਡ ਮਸ਼ੀਨ। ਅਜੇ ਵੀ ਆਈਸੀਯੂ ਦੇ ਵਿੱਚ ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ। ਡਾਕਟਰਾਂ ਦੀ ਟੀਮ ਲਗਾਤਾਰ ਕਰ ਰਹੀ ਨਿਗਰਾਨੀ। ਮੋਹਾਲੀ ਦੇ ਫੋਰਟਿਸ ਦੇ ਵਿੱਚ ਚੱਲ ਰਿਹਾ ਹੈ ਇਲਾਜ। ਦੇਸ਼ ਦੇ ਵਿੱਚ 96% ਲੋਕਾਂ ਨੂੰ ਹੈ ਮਨ ਕੀ ਬਾਤ ਪ੍ਰੋਗਰਾਮ ਦੀ ਜਾਣਕਾਰੀ। 23 ਕਰੋੜ ਲੋਕ ਹਮੇਸ਼ਾ ਵੇਖਦੇ ਨੇ ਪ੍ਰੋਗਰਾਮ। ਆਇਆ ਈਐਮ ਰੋਹਤਕ ਦੇ ਸਰਵੇ ਵਿੱਚ ਸਾਹਮਣੇ ਆਏ ਰੋਚਕ ਤੱਥ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ। ਫਰਕ ਤਾਂ ਪੈਂਦਾ ਹੈ ਲੈ ਕੇ। ਜਦੋਂ ਇਤਿਹਾਸਿਕ ਥਾਂ ਜਿੱਥੇ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਨੂੰ ਰੱਖਿਆ ਗਿਆ ਸੀ, ਉਸ ਇਤਿਹਾਸਿਕ ਧਰਤੀ, ਉਸ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਕਿਸੇ ਦੇ ਵੱਲੋਂ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਜੁਰਅਤ ਕੀਤੀ ਜਾਵੇ, ਫਿਰ ਫਰਕ ਤਾਂ ਪੈਂਦਾ ਹੈ। ਅੱਜ ਸ਼ੁਰੂਆਤ ਮੋਰਿੰਡਾ ਤੋਂ ਹੀ। ਮੋਰਿੰਡਾ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ, ਗੁਰਦੁਆਰਾ ਕੋਤਵਾਲੀ ਸਾਹਿਬ ਦੇ ਵਿੱਚ ਗ੍ਰੰਥੀ ਸਿੰਘ ਦੇ ਉੱਤੇ ਇੱਕ ਸ਼ਖਸ ਨੇ ਹਮਲਾ ਕਰ ਦਿੱਤਾ। ਉੱਥੇ ਗੁਰੂ ਸਾਹਿਬ ਵਿਰਾਜਮਾਨ ਸੀ, ਬੇਅਦਬੀ ਕੀਤੀ ਗਈ ਅਤੇ ਸ਼ਖਸ ਦੇ ਵੱਲੋਂ ਹਮਲਾ ਉਸ ਵੇਲੇ ਕੀਤਾ ਗਿਆ ਜਦੋਂ ਗ੍ਰੰਥੀ ਸਿੰਘ ਗੁਰੂ ਸਾਹਿਬ ਦੀਆਂ ਤਾਬਿਆਂ ਹੇਠ ਸੇਵਾ ਨਿਭਾ ਰਹੇ ਸਨ। ਦੋਵੇਂ ਗ੍ਰੰਥੀ ਸਿੰਘਾਂ ਤੇ ਹਮਲਾ ਕਰਨ ਦੇ ਨਾਲ ਹਮਲਾਵਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੀ ਕੀਤੀ। ਹਾਲਾਂਕਿ ਇਸ ਤੋਂ ਬਾਅਦ ਇਸ ਨੂੰ ਕਾਬੂ ਕਰ ਲਿਆ ਗਿਆ, ਪਰ ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਰੋਸ ਦੇ ਵਿੱਚ ਆਏ ਲੋਕਾਂ ਨੇ ਮੋਰਿੰਡਾ ਚੌਕ ਦੇ ਉੱਤੇ ਧਰਨਾ ਲਗਾ ਦਿੱਤਾ। ਬਈ ਆਪਣਾ ਤਾਂ ਹਿਰਦਾ ਬਲੁੰਦ ਰਹਿ ਗਿਆ। ਇਹ ਕਿਆ ਇਹ ਸਾਡੀ ਜਾਨ ਕੱਢ ਲਈ ਕਿ ਸਾਡੀ ਜਾਨ ਨੇ ਕੱਢ ਲਈ, ਅਸੀਂ ਬਾਕੀ ਕਿਆ ਫਿਰਦੇ ਆ? ਕੁਛ ਨਹੀਂ, ਅਸੀਂ ਕਾਹੇ ਜੋਗੇ ਨੇ। ਸਾਨੂੰ ਬਹੁਤ ਫੇਲ ਕਰਿਆ ਜਾ ਰਿਹਾ। ਪੁਲਿਸ ਨੇ ਫਿਲਹਾਲ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। जो इस बंदे पुलिस वालों डिटेन कर लिया गया, बाकी डिटेल कुछ हले करनी पेंडिंग है। बयान लिख के पर्चा दर्ज करने की तैयारी है जी। पर्चा दर्ज करके अगे जो सामने आएगा मीडिया में शेयर करें। जिस तरीके नाल इस पूरे घटनाक्रम ਨੂੰ अंजाम ਦਿੱਤਾ ਗਿਆ, उसने कई सवाल कौम ਦੇ ਸਾਹਮਣੇ ਵੀ ਜ਼ਰੂਰ ਖੜੇ ਕੀਤੇ ਨੇ। ਤਾਂ ਪੁਲਿਸ ਇਸ ਪੂਰੇ ਮਾਮਲੇ 'ਚ ਜਾਂਚ ਕਰ ਰਹੀ ਹੈ। ਉਧਰ ਮੋਰਿੰਡਾ ਦੇ ਇਤਿਹਾਸਿਕ ਗੁਰੂ ਘਰ ਦੇ ਵਿੱਚ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਦੇ ਵਿੱਚ, ਸੰਗਤ ਦੇ ਵਿੱਚ ਜ਼ਬਰਦਸਤ ਗੁੱਸਾ ਵੀ ਵੇਖਣ ਨੂੰ ਮਿਲਿਆ। ਅਤੇ ਰੋਜ਼ ਦਾ ਇਜ਼ਹਾਰ ਕਰਦਿਆਂ ਲੋਕਾਂ ਨੇ ਨਾ ਸਿਰਫ ਮੋਰਿੰਡਾ ਚੌਕ ਦੇ ਉੱਤੇ ਜਾਮ ਲਗਾਇਆ, ਸਗੋਂ ਮੋਰਿੰਡਾ ਬਾਜ਼ਾਰ ਵੀ ਬੰਦ ਕਰਵਾ ਦਿੱਤਾ ਗਿਆ। ਪ੍ਰਦਰਸ਼ਨ ਕਰ ਰਹੇ ਲੋਕ ਮੰਗ ਕਰ ਰਹੇ ਨੇ ਕਿ ਪੁਲਿਸ ਬੇਅਦਬੀ ਦੇ ਮੁਲਜ਼ਮ ਨੂੰ ਉਹਨਾਂ ਦੇ ਹਵਾਲੇ ਕਰ ਦੇਵੇ ਅਤੇ ਜਦੋਂ ਤੱਕ ਸਖਤ ਸਜ਼ਾ ਦਾ ਐਲਾਨ ਨਹੀਂ ਹੁੰਦਾ ਉਹ ਪ੍ਰਦਰਸ਼ਨ ਕਰਨਗੇ। ਗੁਰਦੁਆਰੇ ਬੇਅਦਬੀ ਹੋਈ ਬਹੁਤ ਜ਼ਿਆਦਾ ਮੰਦਭਾਗੀ, ਸੰਗਤ 'ਚ ਰੋਸ ਹੈ। ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਵੀ ਛੇਤੀ ਤੋਂ ਛੇਤੀ ਉਹ ਦੋਸ਼ੀ ਨੂੰ ਸੰਗਤ ਦੇ ਹਵਾਲੇ ਕਰ ਦਿਓ ਤਾਂ ਕਿ ਮਾਹੌਲ ਠੰਡਾ ਹੋ ਜਾਵੇ। ਪ੍ਰਦਰਸ਼ਨਕਾਰੀਆਂ ਦੇ ਇਸ ਧਰਨੇ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਸ਼ਾਮਲ ਹੋਏ ਅਤੇ ਉਹਨਾਂ ਇਸ ਘਟਨਾ ਦੀ ਨਿਖੇਧੀ ਕੀਤੀ। ਜਗ੍ਹਾ ਦੀ ਬੇਅਦਬੀ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ। ਨਾਲ ਗੁਰੂ
ਗੁਰੂ ਗ੍ਰੰਥ ਸਾਹਿਬ ਦੀ ਕੋਈ ਬੇਅਦਬੀ ਕੀਤੀ। ਇਹ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ। ਮੌਜੂਦਾ ਵਿਧਾਇਕ ਚਰਨਜੀਤ ਸਿੰਘ ਚੰਨੀ ਨੇ ਵੀ ਪੂਰੇ ਹਾਲਾਤ ਬਾਰੇ ਪ੍ਰਸ਼ਾਸਨ ਤੋਂ ਜਾਣਕਾਰੀ ਲਈ ਅਤੇ ਦੋਸ਼ੀ ਨੂੰ ਸਖਤ ਸਜ਼ਾ ਦਿੱਤੇ ਜਾਣ ਦੀ ਪੈਰਵੀ ਕੀਤੀ। ਕਾਬਲੇ ਗੌਰ ਵੀ ਹੈ ਕਿ ਧਰਨਾ ਪ੍ਰਦਰਸ਼ਨ ਕੀਤਾ ਗਿਆ ਸਥਾਨਕ ਲੋਕਾਂ ਦੇ ਵੱਲੋਂ, ਸੰਗਤ ਦੇ ਵੱਲੋਂ, ਤੇ ਇਹ ਧਰਨਾ ਪ੍ਰਦਰਸ਼ਨ ਲੁਧਿਆਣਾ ਚੰਡੀਗੜ੍ਹ ਰੋਡ ਦੇ ਉੱਤੇ, ਹਾਈਵੇ ਦੇ ਉੱਤੇ ਵੀ ਕੀਤਾ ਗਿਆ। ਹਾਲਾਂਕਿ ਬਾਅਦ ਦੇ ਵਿੱਚ ਪੁਲਿਸ ਦੇ ਨਾਲ ਗੱਲਬਾਤ ਤੋਂ ਬਾਅਦ ਹਾਈਵੇ ਨੂੰ ਬਹਾਲ ਕਰ ਦਿੱਤਾ ਗਿਆ। ਉਧਰ ਇਸ ਪੂਰੇ ਮਾਮਲੇ ਤੇ ਪੁਲਿਸ ਪ੍ਰਸ਼ਾਸਨ ਨੇ ਵੀ ਸਖਤੀ ਨਾਲ ਕਦਮ ਚੁੱਕਿਆ ਹੈ। ਉੱਚ ਅਧਿਕਾਰੀਆਂ ਨੇ ਗੁਰਦੁਆਰਾ ਸਾਹਿਬ ਜਾ ਕੇ ਮਾਮਲੇ ਬਾਰੇ ਹੋਰ ਜਾਣਕਾਰੀ ਵੀ ਇਕੱਠੀ ਕੀਤੀ। ਐਸਐਸਪੀ ਅਤੇ ਆਈਜੀ ਰੈਂਕ ਦੇ ਪੁਲਿਸ ਅਧਿਕਾਰੀ ਗੁਰਦੁਆਰਾ ਕੋਤਵਾਲੀ ਸਾਹਿਬ ਪਹੁੰਚੇ ਅਤੇ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਦੇ ਨਾਲ ਵੀ ਗੱਲਬਾਤ ਕੀਤੀ। ਪੁਲਿਸ ਨੇ ਮੁਲਜ਼ਮ ਦੇ ਖਿਲਾਫ ਧਾਰਾ 295A, 307, 323 ਅਤੇ 506 ਦੇ ਤਹਿਤ ਕੇਸ ਦਰਜ ਕੀਤਾ ਹੈ, ਜਦਕਿ ਮੁਲਜ਼ਮ ਦੀ ਪਛਾਣ ਜਸਵੀਰ ਸਿੰਘ ਉਰਫ ਜੱਸੀ ਦੇ ਵਜੋਂ ਹੋਈ ਹੈ। ਗੁਰੂ ਸਾਹਿਬ ਦੀ ਤਾਬਿਆਂ ਦੇ ਉੱਤੇ, ਗ੍ਰੰਥ ਸਾਹਿਬ ਦੀ ਤਾਬਿਆਂ ਦੇ ਉੱਤੇ ਬੈਠੇ ਦੋ ਪਾਰਟੀ ਸਿੰਘਾਂ ਦੇ ਵੱਲੋਂ ਪਾਠ ਕੀਤਾ ਜਾ ਰਿਹਾ ਸੀ ਤਾਂ ਉਸ ਵਕਤ ਬੇਅਦਬੀ ਕਰਨ ਵਾਲਾ ਇਹ ਆਰੋਪੀ ਜੋ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੁੰਦਾ ਹੈ, ਐਸੇ ਪਾਸੇ ਤੋਂ ਇਹ ਆਰੋਪੀ ਅੰਦਰ ਜਾਂਦਾ ਹੈ ਕਿਉਂਕਿ ਅੰਦਰ ਦਰਬਾਰ ਸਾਹਿਬ ਮੌਜੂਦ ਹੈ। ਦਰਬਾਰ ਸਾਹਿਬ ਦੇ ਵਿੱਚ ਜਦੋਂ ਪਾਠ ਚੱਲ ਰਿਹਾ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਸ੍ਰੀ ਅਖੰਡ ਪਾਠ ਸਾਹਿਬ ਦਾ ਪਾਠ ਚੱਲ ਰਿਹਾ ਸੀ, ਉਸ ਵਕਤ ਇਹ ਜੋ ਆਰੋਪੀ ਹੈਗਾ ਉਹ ਗੁਰਦੁਆਰਾ, ਇਹ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਦੇ ਅੰਦਰ ਦਾਖਲ ਹੁੰਦਾ ਹੈ। ਅੰਦਰ ਦਾਖਲ ਹੋਣ ਤੋਂ ਬਾਅਦ ਇਸ ਦੇ ਵੱਲੋਂ ਜੋ ਪਾਠੀ ਸਿੰਘ ਹੈ ਪਾਠ ਕਰ ਰਿਹਾ ਸੀ ਉਸ ਦਿਨ ਦੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਨਾਲ ਦੂਸਰਾ ਪਾਠੀ ਸਿੰਘ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਿਹਾ ਸੀ ਤਾਂ ਉਸ ਦੀ ਵੀ ਕੁੱਟਮਾਰ ਕੀਤੀ ਜਾਂਦੀ ਹੈ। ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਪੂਰੇ ਮਾਮਲੇ ਨੂੰ ਕਾਨੂੰਨ ਦੇ ਮੁਤਾਬਕ ਹੱਲ ਕੀਤਾ ਜਾਵੇ। ਮੁਲਜ਼ਮ ਜਿਸ ਦੇ ਉੱਤੇ ਇਲਜ਼ਾਮ ਨੇ ਜਸਵੀਰ ਸਿੰਘ ਜੱਸੀ, ਉਸ ਦਾ ਨਾਮ ਦੱਸਿਆ ਜਾ ਰਿਹਾ ਹੈ। ਖੈਰ ਪੁਲਿਸ ਦੀ ਗਿਰਫਤ ਦੇ ਵਿੱਚ ਇਸ ਸਮੇਂ ਹੈ ਤੇ ਉਸ ਦੇ ਉੱਤੇ ਵੱਖ-ਵੱਖ ਧਾਰਾਵਾਂ ਦੇ ਤਹਿਤ ਪਰਚਾ ਵੀ ਦਰਜ ਕਰ ਦਿੱਤਾ ਗਿਆ। ਮੌਜੂਦਾ ਸਥਿਤੀ ਕੀ ਹੈ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਿੱਧਾ ਰੁਖ ਕਰਦੇ ਹਾਂ ਸਾਡੇ ਸਹਿਯੋਗੀ ਇਸ ਸਮੇਂ ਨਪਿੰਦਰ ਬਰਾੜ ਸਾਡੇ ਨਾਲ ਮੋਰਿੰਡਾ ਤੋਂ ਜੁੜ ਰਹੇ ਨੇ। ਨਪਿੰਦਰ ਦਾ ਰੁਖ ਕਰਦੇ ਹਾਂ ਕਿਉਂਕਿ ਰਾਤ ਦੇ ਕਰੀਬ 9:15 ਇਸ ਸਮੇਂ ਵੱਜ ਰਹੇ ਨੇ। ਨਪਿੰਦਰ, ਕੀ ਕੁਝ ਤੁਹਾਡੇ ਕੋਲ ਇਸ ਸਮੇਂ ਅਪਡੇਟ, ਮੌਜੂਦਾ ਸਥਿਤੀ ਕੀ ਹੈ? ਗੌਰਵ, ਬਿਲਕੁਲ ਇਸ ਵੇਲੇ ਅਸੀਂ ਮੋਰਿੰਡਾ ਦੇ ਵਿੱਚ ਮੌਜੂਦ ਆ। ਮੋਰਿੰਡਾ ਦੇ ਸ਼ਹਿਰ ਦੇ ਅੰਦਰ ਵਾਲਾ ਉਹ ਚੌਂਕ, ਇਹਨੂੰ ਵਿਸ਼ਵਕਰਮਾ ਚੌਂਕ ਕਹਿੰਦੇ ਆ। ਮੇਰੇ ਖੱਬੇ ਹੱਥ ਗੁਰਦੁਆਰਾ ਸਾਹਿਬ ਨੂੰ ਇਹ ਸੜਕ ਜਾਂਦੀ ਹੈ ਔਰ ਇਹਦੇ ਆਪੋਜ਼ਿਟ ਇਹ ਸੜਕ ਰੋਪੜ ਨੂੰ ਜਾਂਦੀ ਆ। ਤਾਂ ਇਹ ਲੁਧਿਆਣੇ ਨੂੰ ਇਹ ਪਾਸਾ ਔਰ ਇਹ ਪਾਸਾ ਜਾਂਦਾ ਰੋਪੜ ਨੂੰ ਤੇ ਅਗਲਾ ਪਾਸਾ ਜਾਂਦਾ ਚੰਡੀਗੜ੍ਹ ਨੂੰ। ਤਾਂ ਇਹ ਮੇਨ ਚੌਂਕ ਕਹਿ ਲਓ, ਵਿਸ਼ਵਕਰਮਾ ਚੌਂਕ ਆ ਜਿਹੜਾ ਉਹ ਮੋਰਿੰਡਾ ਸ਼ਹਿਰ ਦਾ। ਕੋਤਵਾਲੀ ਸਾਹਿਬ ਜਿੱਥੇ ਇਹ ਮੰਦਭਾਗੀ ਘਟਨਾ ਵਾਪਰੀ ਉਹਨੂੰ ਵੀ ਇਹੀ ਰਸਤਾ ਜਾਂਦਾ ਉਸ ਗੁਰਦੁਆਰਾ ਸਾਹਿਬ ਨੂੰ। ਤਾਂ ਦੇਖੋ ਸੰਗਤਾਂ ਦੇ ਵਿੱਚ ਰੋਸ ਉਸੇ ਤਰ੍ਹਾਂ ਹੈ ਕਿਉਂਕਿ ਇਹ ਘਟਨਾ ਐਸੀ ਹੈ ਕਿ ਜਿਹਨੂੰ ਲੈ ਕੇ ਰੋਸ ਇਹ ਨਹੀਂ ਕਿਹਾ ਜਾ ਸਕਦਾ ਕਿ ਖਤਮ ਹੋ ਜਾਏਗਾ, ਘੰਟੇ 'ਚ ਖਤਮ ਹੋ ਜਾਏਗਾ, ਅੱਧੇ ਘੰਟੇ ਖਤਮ ਹੋ ਜਾਏਗਾ। ਇਹ ਰੋਸ ਗੁਰੂ ਦੀ ਬੇਅਦਬੀ ਨੂੰ ਲੈ ਕੇ ਹੈ ਔਰ ਬੇਅਦਬੀ ਵੀ ਕਿਸ ਤਰੀਕੇ ਸ਼ਰੇਆਮ ਕਿਵੇਂ ਦਿਨ ਦਿਹਾੜੇ ਬੇਖੌਫ ਹੋਇਆ ਇੱਕ ਸ਼ਖਸ ਗੁਰਦੁਆਰਾ ਸਾਹਿਬ ਦੇ ਅੰਦਰ ਆਉਂਦਾ ਤੇ ਗੁਰੂ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕਰਦਾ, ਸੇਵਾ ਕਰ ਰਹੇ ਗ੍ਰੰਥੀ ਸਿੰਘ ਦੀ ਕੁੱਟਮਾਰ ਕਰਦਾ, ਦਸਤਾਰ ਤੱਕ ਲਾਹ ਦਿੰਦਾ। ਤਾਂ ਇਸ ਤਰ੍ਹਾਂ ਦੀ ਘਟਨਾ ਜਦੋਂ ਵਾਪਰ ਜਾਵੇ ਸ਼ਹਿਰ ਦੇ ਵਿੱਚ ਤਾਂ ਆਸ-ਪਾਸ ਦੇ ਇਲਾਕੇ ਦੀਆਂ ਸੰਗਤਾਂ ਤਾਂ ਇੱਥੇ ਇਕੱਠਾ ਹੋਣਾ ਲਾਜ਼ਮੀ ਸੀ। ਦੇਖੋ ਪਹਿਲਾਂ ਬੇਸ਼ੱਕ ਮੇਨ ਹਾਈਵੇ ਤੇ ਜਾਮ ਲਾਇਆ ਗਿਆ ਸੀ, ਸੰਗਤ ਨੇ ਰੋਡ ਦੇ ਵਿੱਚ ਜਾਮ ਲਾਇਆ, ਪਰ ਫਿਰ ਉੱਥੇ ਲੰਘਣ ਵਾਲੀ ਜਿਹੜੀ ਪਬਲਿਕ ਸੀ ਉਹਨਾਂ ਦੀਆਂ ਤਕਲੀਫਾਂ ਮੁਸ਼ਕਲਾਂ ਨੂੰ ਦੇਖਦੇ ਹੋਏ ਇਹ ਸੰਗਤ ਨੇ ਸੋਚ ਸਮਝ ਕੇ ਫੈਸਲਾ ਲਿਆ ਕਿ ਕਿਸੇ ਨੇ ਤਾਂ ਲੁਧਿਆਣੇ ਪਹੁੰਚਣਾ ਸੀ, ਕਿਸੇ ਨੇ ਫਰੀਦਕੋਟ ਮੁਕਤਸਰ ਜਾਣਾ ਸੀ ਤੇ ਕਿਸੇ ਨੇ ਚੰਡੀਗੜ੍ਹ ਕਿਸੇ ਆਪਦੇ ਮਰੀਜ਼ ਦਾ ਪਤਾ ਲੈਣ ਜਾਣਾ ਸੀ, ਕਿਸੇ ਨੇ ਕਿਤੇ ਜਾਣਾ ਸੀ। ਇਸ ਸੰਗਤ ਨੇ ਬੜਾ ਸੂਝ-ਬੂਝ ਦੇ ਨਾਲ ਫੈਸਲਾ ਕੀਤਾ ਤੇ ਉਹ ਵੱਡਾ ਹਾਈਵੇ ਖੋਲ ਦਿੱਤਾ ਕਿ ਆਮ ਲੋਕਾਂ ਦਾ ਕੋਈ ਕਸੂਰ ਨਹੀਂ, ਉਹਨਾਂ ਨੂੰ ਪਰੇਸ਼ਾਨੀ ਨਾ ਝੱਲਣੀ ਪਵੇ। ਤਾਂ ਉਹ ਰਸਤੇ ਮੇਨ ਹਾਈਵੇ ਖੋਲ ਦਿੱਤੇ ਗਏ, ਪਹਿਲਾਂ ਸਾਰੇ ਰਸਤੇ ਬਲੌਕ ਸੀ। ਆਖਿਰਕਾਰ ਇਹ ਫੈਸਲਾ ਹੋਇਆ ਕਿ ਹੁਣ ਇਹ ਧਰਨਾ ਸ਼ਹਿਰ ਦੇ ਅੰਦਰ ਚੱਲੇਗਾ। ਇਸ ਚੌਂਕ ਦੇ ਵਿੱਚ ਪ੍ਰਦਰਸ਼ਨ ਹੋਵੇਗਾ, ਇਸ ਚੌਂਕ ਦੇ ਵਿੱਚ ਧਰਨਾ ਦਿੱਤਾ ਜਾਵੇਗਾ ਜਿੰਨੀ ਦੇਰ ਤੱਕ ਇਨਸਾਫ ਨਹੀਂ ਮਿਲਦਾ। ਤਾਂ ਉਹ ਪ੍ਰਦਰਸ਼ਨ ਇੱਥੇ ਹੁਣ ਕੀਤਾ ਜਾ ਰਿਹਾ। ਇੱਥੇ ਚੌਂਕ ਦੇ ਵਿੱਚ ਉਹ ਧਰਨਾ ਜਿਹੜਾ ਉਸੇ ਤਰ੍ਹਾਂ ਜਾਰੀ ਹੈ। ਇਹ ਪ੍ਰੋਟੈਸਟ ਜਿਹੜਾ ਇੱਥੇ ਕੀਤਾ ਜਾ ਰਿਹਾ ਤਾਂ ਕਿ ਇਨਸਾਫ ਜਿਹੜਾ ਲਿਆ ਜਾ ਸਕੇ, ਪ੍ਰਸ਼ਾਸਨ ਤੇ ਦਬਾਅ ਪਾਇਆ ਜਾ ਸਕੇ ਇਨਸਾਫ ਦੇ ਲਈ। ਤਾਂ ਉਹ ਪ੍ਰੋਟੈਸਟ ਜਿਹੜਾ ਹਲੇ ਵੀ ਇੱਥੇ ਜਾਰੀ ਹੈ। ਬੇਸ਼ੱਕ 9:15 ਦਾ ਟਾਈਮ ਹੋ ਗਿਆ ਪਰ ਕਿਉਂਕਿ ਸੰਗਤ ਦੇ ਵਿੱਚ ਰੋਸ ਹੈ, ਉਹ ਰੋਸ ਜਤਾਉਣ ਦੇ ਲਈ ਇਹ ਪ੍ਰੋਟੈਸਟ ਉਸੇ ਤਰ੍ਹਾਂ ਜਾਰੀ ਰਹੇਗਾ। ਪ੍ਰਸ਼ਾਸਨ ਬੇਸ਼ੱਕ ਹਲੇ ਜਿਹੜਾ ਹੈਗਾ ਪ੍ਰਸ਼ਾਸਨ ਭਰੋਸਾ ਦੇ ਰਿਹਾ ਹੈ ਕਿ ਇਨਸਾਫ ਮਿਲੇਗਾ। ਜਿਹੜਾ ਪਰਚਾ ਦਰਜ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਔਰ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਗ੍ਰਿਫਤਾਰੀ ਕੀਤੀ ਗਈ ਹੈ, ਪਰ ਜਿਹੜੀ ਸੰਗਤ ਹੈ, ਸੰਗਤ ਨੇ ਸਾਫ਼ ਕਰ ਦਿੱਤਾ ਹੈ, ਸੰਗਤ ਦੇ ਵਿੱਚ ਰੋਸ ਹੈ ਕਿ ਜਿੰਨੀ ਦੇ ਕਾਨੂੰਨ ਆ ਜਿਹੜੇ ਸਖਤ ਬਣਨੇ ਚਾਹੀਦੇ ਨੇ ਤਾਂ ਕਿ ਐਸੇ ਲੋਕਾਂ ਨੂੰ ਸਖਤ ਸਜ਼ਾਵਾਂ ਮਿਲਣ, ਤਾਂ ਕਿ ਇੱਕ ਐਗਜ਼ਾਮਪਲ ਸੈੱਟ ਕੀਤੀ ਜਾਵੇ, ਉਦਾਹਰਨ ਦਿੱਤੀ ਜਾ ਸਕੇ ਕਿ ਭਾਈ ਐਸਾ ਗੁਨਾਹ ਕਰਨ ਵਾਲਿਆਂ ਦੇ ਖਿਲਾਫ ਕਾਨੂੰਨੀ ਤੌਰ ਤੇ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ, ਸਖਤ ਕਾਰਵਾਈ ਕੀਤੀ ਜਾਂਦੀ ਹੈ। ਤਾਂ ਇਹ ਮੁੱਖ ਤੌਰ ਤੇ ਮਕਸਦ ਹੈ ਇਹ ਸੰਗਤ ਦਾ ਇੱਥੇ ਪ੍ਰਦਰਸ਼ਨ ਕਰਨ ਦਾ। ਜੀ
ਸ਼ੁਕਰੀਆ ਨਪਿੰਦਰ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਮੋਰਿੰਡਾ ਦੇ ਵਿੱਚ ਜੋ ਘਟਨਾਕ੍ਰਮ ਵਾਪਰਿਆ ਉਸ ਤੋਂ ਬਾਅਦ ਇਸ ਪੂਰੇ ਮਾਮਲੇ ਦੇ ਉੱਤੇ ਬੇਅਦਬੀ ਘਟਨਾ ਤੇ ਸਿਆਸੀ ਪ੍ਰਤੀਕਰਮ ਵੀ ਸਾਹਮਣੇ ਆ ਰਹੇ ਨੇ। ਸੋਸ਼ਲ ਮੀਡੀਆ ਪਲੇਟਫਾਰਮ ਤੋਂ ਬਿਆਨਾਂ ਦੀਆਂ ਲੜੀਆਂ ਤੱਕ ਆਪਣੇ ਨਜ਼ਰੀਏ ਨਾਲ ਇਸ ਪੂਰੇ ਮਸਲੇ ਨੂੰ ਬਿਆਨ ਕੀਤਾ ਜਾ ਰਿਹਾ ਹੈ। ਅਤੇ ਸੋਸ਼ਲ ਮੀਡੀਆ ਤੇ ਪ੍ਰਤੀਕਰਮ ਦਿੰਦਿਆਂ ਸੂਬੇ ਦੇ ਮੁੱਖ ਮੰਤਰੀ ਨੇ ਟਵੀਟ ਕੀਤਾ ਅਤੇ ਲਿਖਿਆ ਕਿ ਮੋਰਿੰਡਾ ਦੇ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ ਵਿਖੇ ਵਾਪਰੀ ਘਟਨਾ ਬੇहद ਨਿੰਦਣਯੋਗ ਹੈ ਤੇ ਕਿਸੇ ਨੂੰ ਵੀ ਇਸ ਘਟਨਾ ਦੇ ਲਈ ਬਖਸ਼ਿਆ ਨਹੀਂ ਜਾਵੇਗਾ। ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲਾ ਭਾਵੇਂ ਕੋਈ ਵੀ ਹੋਵੇ, ਉਸ ਨੂੰ ਸਖਤ ਤੋਂ ਸਖਤ ਸਜ਼ਾ ਮਿਲੇਗੀ। ਸਾਡੇ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਸਭ ਤੋਂ ਪਹਿਲਾਂ ਹੈ। ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਮਾਮਲੇ ਤੇ ਪ੍ਰਤੀਕਰਮ ਦਿੱਤਾ। ਕੈਪਟਨ ਨੇ ਪੁਲਿਸ ਨੂੰ ਦੋਸ਼ੀ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਤਾਂ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹੀ ਸਾਜ਼ਿਸ਼ ਕਰਾਰ ਦੇ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਮੋਰਿੰਡਾ ਦੇ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ ਵਿਖੇ ਵਾਪਰੀ ਬੇਅਦਬੀ ਘਟਨਾ ਅਤ ਨਿੰਦਣਯੋਗ ਹੈ। ਮੈਂ ਪੰਜਾਬ ਪੁਲਿਸ ਨੂੰ ਅਪੀਲ ਕਰਦਾ ਹਾਂ, ਇਸ ਅਪਰਾਧ ਦੇ ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਜਦਕਿ ਸੁਖਬੀਰ ਬਾਦਲ ਨੇ ਟਵੀਟ ਕੀਤਾ ਕਿ ਮੋਰਿੰਡਾ 'ਚ ਬੇਅਦਬੀ ਦੀ ਨਿੰਦਣਯੋਗ ਘਟਨਾ ਨਕਾਰੀ ਜਾ ਚੁੱਕੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਚਾਲ ਦਿਖਾਈ ਦਿੰਦੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਅੰਮ੍ਰਿਤਪਾਲ ਦੀ ਗ੍ਰਿਫਤਾਰੀ, ਸਿੱਖਾਂ ਦੇ ਦਮਨ, ਭਾਈਚਾਰਕ ਸਾਂਝ ਤੇ ਕਾਨੂੰਨ ਵਿਵਸਥਾ ਦੀ ਨਾਕਾਮੀ ਤੋਂ ਧਿਆਨ ਹਟਾਉਣਾ ਚਾਹੁੰਦੀ ਹੈ। ਉਧਰ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਮੁਲਜ਼ਮ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ। ਤਾਂ ਬੇਅਦਬੀ ਦੇ ਮੁੱਦੇ ਦੇ ਉੱਤੇ ਸਿਆਸਤ ਹੁੰਦੀ ਹੋਈ ਨਜ਼ਰ ਆ ਰਹੀ ਹੈ। ਖੈਰ ਇਸ ਸਭ ਦੇ ਵਿਚਾਲੇ ਸਵਾਲ ਇਹ ਹੈ ਕਿ ਕਿਸ ਤਰੀਕੇ ਨਾਲ ਰੋਕਿਆ ਜਾ ਸਕਦਾ ਹੈ ਅਜਿਹੀਆਂ ਘਟਨਾਵਾਂ ਨੂੰ। ਉਧਰ ਅੰਮ੍ਰਿਤਪਾਲ ਸਿੰਘ ਦੇ ਵਕੀਲ ਦੇ ਵੱਲੋਂ ਦਾਖਲ ਹੈਬੀਅਸ ਕਾਰਪਸ ਦੀ ਅਰਜ਼ੀ ਨੂੰ ਹਾਈ ਕੋਰਟ ਨੇ ਖਾਰਜ ਕਰ ਦਿੱਤਾ। ਦਰਅਸਲ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਤੋਂ ਬਾਅਦ ਹੈਬੀਅਸ ਕਾਰਪਸ ਦੀ ਪਟੀਸ਼ਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ, ਇਸ ਲਈ ਕੋਰਟ ਨੇ ਇਸ ਨੂੰ ਖਾਰਜ ਕਰ ਦਿੱਤਾ। ਪਟੀਸ਼ਨ ਕੀ ਸੀ? ਹੈਬੀਅਸ ਕਾਰਪਸ ਯਾਨੀ ਕਿ ਬੰਦੀ ਪ੍ਰਤੱਖੀਕਰਨ ਯਾਚਿਕਾ ਜਿਹੜੀ ਅੰਮ੍ਰਿਤਪਾਲ ਦੇ ਸੰਗਠਨ ਵੱਲੋਂ ਪਾਈ ਗਈ ਸੀ। ਕੋਰਟ ਵਿੱਚ ਜਦੋਂ ਕਾਰਵਾਈ ਸ਼ੁਰੂ ਹੋਈ ਤਾਂ ਜਿੱਦਾਂ ਹੀ ਨੰਬਰ ਆਇਆ ਇਸ ਕੇਸ ਦਾ ਤਾਂ ਨਾਲ ਹੀ ਕੋਰਟ ਨੇ ਜਿੱਦਾਂ ਪੰਜਾਬ ਦੇ ਜੋ ਇੱਥੇ ਮੌਜੂਦ ਸੀ ਉਹਨਾਂ ਨੇ ਕਿਹਾ ਕਿ ਅੰਮ੍ਰਿਤਪਾਲ ਨੂੰ ਅਰੈਸਟ ਕਰ ਲਿਆ ਗਿਆ ਤਾਂ ਨਾਲ ਹੀ ਕੋਰਟ ਨੇ ਆਰਡਰ ਲਿਖਾਤਾ ਕਿ ਇਨਫਰੈਕਚਰਸ ਹੋ ਗਈ, ਇਸ ਕਰਕੇ ਪਟੀਸ਼ਨ ਡਿਸਮਿਸ ਕੀਤੀ ਜਾਂਦੀ ਹੈ। ਅਦਾਲਤ ਦੇ ਵਿੱਚ ਕੋਰਟ ਮਿੱਤਰ ਤਨੂ ਬੇਦੀ ਦੇ ਵੱਲੋਂ ਪੁੱਛਿਆ ਗਿਆ ਕਿ ਅੰਮ੍ਰਿਤਪਾਲ ਨੇ ਸਰੈਂਡਰ ਕੀਤਾ ਹੈ ਜਾਂ ਪੁਲਿਸ ਨੇ ਅਰੈਸਟ ਕੀਤਾ ਹੈ, ਇਹ ਕਲੀਅਰ ਹੋਣਾ ਚਾਹੀਦਾ ਹੈ। ਤਾਂ ਇਸ ਦੇ ਉੱਤੇ ਕੋਰਟ ਨੇ ਕਿਹਾ ਕਿ ਇਸ ਦੇ ਨਾਲ ਕੀ ਫਰਕ ਪੈਂਦਾ ਹੈ। ਪੰਜਾਬ ਦੇ ਏਜੀ ਕੋਰਟ ਦੇ ਵਿੱਚ ਕਹਿ ਰਹੇ ਨੇ ਕਿ ਅਰੈਸਟ ਹੋਇਆ ਹੈ। ਕੋਰਟ ਦੇ ਵਿੱਚ ਅੰਮ੍ਰਿਤਪਾਲ ਦੇ ਵਕੀਲ ਨੇ ਜੇਲ੍ਹ ਦੇ ਵਿੱਚ ਉਸ ਦੇ ਨਾਲ ਮਿਲਣ ਦੀ ਇਜਾਜ਼ਤ ਵੀ ਮੰਗੀ, ਜਿਸ ਦੇ ਉੱਤੇ ਕੋਰਟ ਨੇ ਕਿਹਾ ਕਿ ਤੁਹਾਨੂੰ ਇਸ ਦੇ ਲਈ ਪਟੀਸ਼ਨ ਦਾਖਲ ਕਰਨੀ ਹੋਵੇਗੀ। ਉਧਰ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਕੇਂਦਰੀ ਏਜੰਸੀਆਂ ਵੀ ਹੁਣ ਸਰਗਰਮ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਜਲਦੀ ਦੇਸ਼ ਦੀਆਂ ਵੱਡੀਆਂ ਏਜੰਸੀਆਂ ਅੰਮ੍ਰਿਤਪਾਲ ਤੋਂ ਪੁੱਛਗਿੱਛ ਕਰ ਸਕਦੀਆਂ ਨੇ। ਐਨਆਈਏ ਰॉ ਆਈਬੀ ਅੰਮ੍ਰਿਤਪਾਲ ਤੋਂ ਜਲਦ ਪੁੱਛਗਿੱਛ ਕਰ ਸਕਦੇ ਨੇ। ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਦੇ ਪਾਕ ਖੂਫੀਆ ਏਜੰਸੀ ਆਈਐਸਆਈ ਦੇ ਨਾਲ ਕਨੈਕਸ਼ਨ, ਵਿਦੇਸ਼ੀ ਫੰਡਿੰਗ ਅਤੇ ਬੱਬਰ ਖਾਲਸਾ ਵਰਗੀਆਂ ਦਹਿਸ਼ਤਗਰਦੀ ਜਥੇਬੰਦੀਆਂ ਦੇ ਨਾਲ ਲਿੰਕ ਖੰਗਾਲਣ ਦੇ ਲਈ ਇਹ ਪੁੱਛਗਿੱਛ ਕੀਤੀ ਜਾ ਸਕਦੀ ਹੈ। अमृतपाल सिंह को डिब्रूगढ़ के सेंट्रल जेल में रखा गया है। कल 3 बजे से उनको तकरीबन 3 बजे से यहाँ पर रखा गया है और इसके चलते सुरक्षा के जो इंतजाम है और भी पुख्ता कर दी गई थी। पहले 57 सीसीटीवी कैमरास थे, अभी उससे ज़्यादा करके और 12 कैमरास ऐड किए गए हैं सीसीटीवी। उसके बाद जेल की कड़ी निगरानी दिखाई जा रही है। यहाँ पर जो ब्लैक कैट कमांडो से और आसाम पुलिस के अधिकारी है वो भी टहल दे रहे हैं वहाँ पर सारी और जेल के। ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਕਈ ਪਰਤਾਂ ਖੁੱਲ ਸਕਦੀਆਂ ਨੇ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਹੋਰ ਅਹਿਮ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਨੇ। ਇਹ ਗ੍ਰਿਫਤਾਰੀਆਂ ਉਹਨਾਂ ਦੀਆਂ ਹੋਣਗੀਆਂ ਜਿਨ੍ਹਾਂ ਨੇ ਅੰਮ੍ਰਿਤਪਾਲ ਦੀ ਫਰਾਰੀ ਦੇ ਵਿੱਚ ਮਦਦ ਕੀਤੀ। ਉਧਰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅੰਮ੍ਰਿਤਪਾਲ ਨੂੰ ਉਸਦੇ 9 ਸਾਥੀਆਂ ਤੋਂ ਵੱਖ ਰੱਖਿਆ ਗਿਆ ਹੈ। ਜੇਲ੍ਹ ਦੀ ਸੁਰੱਖਿਆ ਦੇ ਲਈ ਬਲੈਕ ਕੈਟ ਕਮਾਂਡੋ ਅਤੇ ਸੈਂਟਰਲ ਆਰਮਡ ਫੋਰਸਿਸ ਦੀ ਤੈਨਾਤੀ ਵੀ ਕੀਤੀ ਗਈ ਹੈ। कहता ਅੰਮ੍ਰਿਤਪਾਲ ਦੇ ਉੱਤੇ ਕਿਉਂਕਿ ਅੰਮ੍ਰਿਤਪਾਲ ਆਲਰੇਡੀ ਗ੍ਰਿਫਤਾਰ ਹੋ ਚੁੱਕਿਆ ਹੈ। ਡਿਬਰੂਗੜ੍ਹ ਜੇਲ੍ਹ ਦੇ ਵਿੱਚ ਉਸ ਨੂੰ ਬੰਦ ਕੀਤਾ ਗਿਆ ਤੇ ਏਜੰਸੀਆਂ ਹੋਰ ਸ਼ਿਕੰਜਾ ਕੱਸਦੀਆਂ ਹੋਈਆਂ ਅੰਮ੍ਰਿਤਪਾਲ ਸਿੰਘ ਦੇ ਉੱਤੇ ਨਜ਼ਰ ਆ ਸਕਦੀਆਂ ਨੇ। ਅੱਗੇ ਵਧਿਆਂ ਨਿਊਜ਼ 18 ਦੇ ਉੱਤੇ ਅੰਮ੍ਰਿਤਪਾਲ ਦੇ ਰਾਜ਼ਦਾਰ ਨੇ ਕਈ ਰਾਜ਼ ਖੋਲੇ ਨੇ। ਇਹ ਵੱਡੀ ਖਬਰ ਹੈ ਦਿਨ ਦੀ ਕਿਉਂਕਿ ਅੰਮ੍ਰਿਤਪਾਲ ਦੇ ਵੱਲੋਂ ਦਾਅਵਾ ਕੀਤਾ ਜਾਂਦਾ ਸੀ ਕਿ ਉਹ ਨਸ਼ਾ ਮੁਕਤੀ ਕੇਂਦਰ
ਚਲਾ ਰਿਹਾ ਜਿੱਥੇ ਨੌਜਵਾਨਾਂ ਨੂੰ ਨਸ਼ਾ ਛੁਡਵਾਇਆ ਜਾਂਦਾ ਹੈ। ਪਰ ਨਸ਼ਾ ਮੁਕਤੀ ਕੇਂਦਰ ਦੇ ਕਥਿਤ ਡਾਕਟਰ ਨੇ ਹੀ ਪੂਰੇ ਰਾਜ਼ ਖੋਲ ਦਿੱਤੇ ਤੇ ਉਹ ਇਹ ਵੀ ਕਹਿ ਰਿਹਾ ਕਿ ਡਾਕਟਰ ਨਹੀਂ ਬਲਕਿ ਇੱਕ ਮੈਡੀਕਲ ਸਟੋਰ ਚਲਾਉਣ ਦੀ ਹੀ ਉਸਦੇ ਕੋਲ ਪਰਮਿਸ਼ਨ ਹੈ। ਮੈਡੀਕਲ ਚਾਲਕ ਚਲਾਉਂਦਾ ਸੀ ਪੂਰਾ ਸੈਂਟਰ ਲੋਕਾਂ ਦੀ ਸਿਹਤ ਦੇ ਨਾਲ। ਇਸ ਤਥਾਕਥਿਤ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੋ ਰਿਹਾ ਸੀ। ਨਸ਼ਾ ਮੁਕਤੀ ਕੇਂਦਰ ਦੇ ਲਈ ਕੋਈ ਪ੍ਰੋਫੈਸ਼ਨਲ ਡਾਕਟਰ ਨਹੀਂ ਸੀ। ਇਹ ਜੋ ਰਾਜ਼ਦਾਰ ਹੈ ਅੰਮ੍ਰਿਤਪਾਲ ਦਾ, ਉਸ ਦੇ ਵੱਲੋਂ ਖੁਲਾਸਾ ਕੀਤਾ ਗਿਆ ਹੈ ਤੇ ਕਿਹਾ ਕਿ ਪੀੜਤ ਇੱਥੇ ਨਸ਼ਾ ਨਹੀਂ ਛੱਡਦੇ ਸੀ। ਨਸ਼ਾ ਮੁਕਤੀ ਕੇਂਦਰ ਦੇ ਵਿੱਚ ਪੈਸੇ ਦਾ ਹੇਰ-ਫੇਰ ਹੁੰਦਾ ਸੀ। ਤਾਂ ਇਹ ਵੱਡੀ ਖਬਰ ਇਸ ਕਰਕੇ ਹੋ ਜਾਂਦੀ ਹੈ ਕਿਉਂਕਿ ਇਲਜ਼ਾਮ ਲੱਗ ਰਹੇ ਨੇ ਅੰਮ੍ਰਿਤਪਾਲ ਸਿੰਘ ਦੇ ਉੱਤੇ ਕਿ ਪੈਸਿਆਂ ਦੇ ਹੇਰ-ਫੇਰ ਦੇ ਲਈ ਇਸ ਤਰੀਕੇ ਦੇ ਨਸ਼ਾ ਮੁਕਤੀ ਕੇਂਦਰ ਨੂੰ ਖੋਲ੍ਹ ਦਿੱਤਾ ਗਿਆ। ਦਾਅਵਾ ਪਹਿਲਾਂ ਇਹੀ ਕੀਤਾ ਜਾਂਦਾ ਸੀ ਕਿ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਆ ਕੇ ਨੌਜਵਾਨ ਨਸ਼ਾ ਛੱਡਦੇ ਨੇ, ਪਰ ਸਵਾਲ ਇਹ ਹੈ ਕਿ ਨਸ਼ਾ ਛੁਡਵਾਉਣ ਦੇ ਲਈ ਕੀ ਉੱਥੇ ਪ੍ਰੋਸੈਸ ਸੀ ਔਰ ਕੌਣ ਛੁਡਵਾਉਂਦਾ ਸੀ ਨਸ਼ਾ? ਕੋਈ ਡਾਕਟਰ? ਤਾਂ ਇੱਕ ਡਾਕਟਰ ਦਾ ਜ਼ਿਕਰ ਕੀਤਾ ਜਾਂਦਾ ਸੀ ਜੋ ਤਸਵੀਰ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੈ। ਇਹ ਰਾਜ਼ਦਾਰ ਹੈ ਇੱਕ ਤਰੀਕੇ ਨਾਲ ਅੰਮ੍ਰਿਤਪਾਲ ਦਾ। ਜਦੋਂ ਇਹ ਸਾਹਮਣੇ ਆਇਆ ਤਾਂ ਬਹੁਤ ਸਾਰੇ ਤੱਥ ਤੇ ਸੱਚ ਸਾਹਮਣੇ ਆ ਗਿਆ। ਸੱਚ ਇਹੀ ਕਿ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਤਾਂ ਕੋਈ ਡਾਕਟਰ ਹੀ ਨਹੀਂ ਸੀ। ਇੱਕ ਡੀ ਫਾਰਮੇਸੀ ਕੀਤੀ ਗਈ ਹੈ ਇਸ ਸ਼ਖਸ ਦੇ ਵੱਲੋਂ। ਮਤਲਬ ਇਹ ਹੈ ਕਿ ਇੱਕ ਮੈਡੀਕਲ ਸਟੋਰ ਨੂੰ ਇਹ ਜ਼ਰੂਰ ਆਪਰੇਟ ਕਰ ਸਕਦਾ ਹੈ ਪਰ ਕੋਈ ਡਾਕਟਰ ਨਹੀਂ ਹੈ। ਇਹ ਕਿਸੇ ਪੇਸ਼ੈਂਟ ਨੂੰ ਜਾਂ ਕਿਸੇ ਡਰੱਗ ਐਡਿਕਟਡ ਨੂੰ ਇਹ ਨਹੀਂ ਕਹਿ ਸਕਦਾ ਕਿ ਤੁਸੀਂ ਜਾ ਕੇ ਨਸ਼ਾ ਛੱਡੋ। ਤਾਂ ਲਾਜ਼ਮੀ ਤੌਰ ਤੇ ਜੇਕਰ ਡਾਕਟਰ ਹੀ ਨਹੀਂ ਤਾਂ ਫਿਰ ਨਸ਼ਾ ਛੁਡਾਊ ਕੇਂਦਰ ਦਾ ਮਤਲਬ ਹੀ ਕੀ ਰਹਿ ਗਿਆ, ਜਾਂ ਫਿਰ ਨਸ਼ਾ ਛੁਡਾਊ ਕੇਂਦਰ ਉਸਨੂੰ ਕਿਹਾ ਹੀ ਨਹੀਂ ਜਾ ਸਕਦਾ। ਖੈਰ ਅੰਮ੍ਰਿਤਪਾਲ ਦਾ ਦਾਅਵਾ ਸੀ ਪਰ ਦਾਅਵੇ ਦਾ ਸੱਚ ਕੀ ਹੈ ਉਹ ਸਾਹਮਣੇ ਆ ਚੁੱਕਿਆ ਹੈ। ਇਸ ਸਭ ਦੇ ਵਿਚਾਲੇ ਕਿਉਂਕਿ ਜਾਂਚ ਏਜੰਸੀਆਂ ਅੱਗੇ ਹੋਰ ਕੰਮ ਕਰਨਗੀਆਂ ਜਾਂ ਹੋਰ ਤੁਸੀਂ ਕਹਿ ਸਕਦੇ ਹੋ ਕਿ ਤਫਤੀਸ਼ ਕੀਤੀ ਜਾਵੇਗੀ। ਪੈਸਿਆਂ ਦੇ ਹੇਰ-ਫੇਰ ਦਾ ਵੀ ਇਲਜ਼ਾਮ ਲੱਗ ਰਿਹਾ ਹੈ। ਇਹ ਇਲਜ਼ਾਮ ਹੈ ਕਿ ਪੈਸਿਆਂ ਦਾ ਹੇਰ-ਫੇਰ ਹੁੰਦਾ ਸੀ ਤਾਂ ਕਿ ਨਸ਼ਾ ਮੁਕਤੀ ਕੇਂਦਰ ਦੇ ਨਾਮ ਦੇ ਉੱਤੇ ਕੋਈ ਫੰਡਾਂ ਦਾ ਹੇਰ-ਫੇਰ ਕੀਤਾ ਗਿਆ। ਹੁਣ ਇਹ ਵੀ ਜਾਂਚ ਪੜਤਾਲ ਦਾ ਵਿਸ਼ਾ ਜ਼ਰੂਰ ਹੈ ਕਿਉਂਕਿ ਇਲਜ਼ਾਮ ਲੱਗ ਰਹੇ ਨੇ ਕਿ ਵਿਦੇਸ਼ਾਂ ਤੋਂ ਫੰਡਿੰਗ ਹੋ ਰਹੀ ਸੀ। ਦਲਜੀਤ ਕਲਸੀ ਦੇ ਉੱਤੇ ਇਲਜ਼ਾਮ ਨੇ ਕਿ 30 ਕਰੋੜ ਰੁਪਇਆ ਆਇਆ, ਉਹ ਕਿਵੇਂ ਤੇ ਕਿੱਥੇ ਚਲਾ ਗਿਆ, ਕਿੱਥੋਂ ਆਇਆ ਸੀ, ਕਿਉਂ ਲਿਆਂਦਾ ਗਿਆ, ਉਹ ਵੀ ਸਾਰਾ ਜਾਂਚ ਦਾ ਵਿਸ਼ਾ ਜ਼ਰੂਰ ਹੈ। ਤੇ ਸਭ ਦੇ ਵਿਚਾਲੇ ਨਸ਼ਾ ਮੁਕਤੀ ਕੇਂਦਰ ਦੇ ਵਿੱਚ, ਨਸ਼ਾ ਛੁਡਾਊ ਕੇਂਦਰ ਦੇ ਵਿੱਚ ਪੈਸਿਆਂ ਦਾ ਹੇਰ-ਫੇਰ ਜ਼ਰੂਰ ਕਈ ਸਵਾਲ ਖੜੇ ਕਰ ਰਿਹਾ ਜੋ ਇਲਜ਼ਾਮ ਲੱਗ ਰਹੇ ਨੇ। ਅਸੀਂ ਕੀਤੀ ਹੈ ਜਿਹਦੇ ਵਿੱਚ ਅਸੀਂ ਬਸ ਮਤਲਬ ਜਿੱਦਾਂ ਮੈਡੀਕਲ ਸਟੋਰ ਚਲਾ ਸਕਦੇ ਹਾਂ ਜਾਂ ਫਿਰ ਜਾਂ ਕੋਈ ਮਤਲਬ ਫੀਵਰ ਦਾ ਪੇਸ਼ੈਂਟ ਆ ਗਿਆ ਜਾਂ ਕੋਈ ਲੂਜ਼ ਮੋਸ਼ਨ ਵਗੈਰਾ ਵਾਲੇ ਆ ਗਏ ਬੇਸਿਕ ਮੈਡੀਸਿਨ ਦੇ, ਤੇ ਅਸੀਂ ਉਹਨਾਂ ਨੂੰ ਮੈਡੀਸਿਨ ਦੇ ਸਕਦੇ ਹਾਂ। ਅਸੀਂ ਨਸ਼ਾ ਛਡਾਊ ਵਾਲੇ ਜਿਹੜੇ ਹੁੰਦੇ ਆ ਉਹ ਪ੍ਰੋਫੈਸ਼ਨਲ ਡਾਕਟਰ ਹੁੰਦੇ ਆ, ਅਸੀਂ ਉਹਨਾਂ ਨੂੰ ਮੈਡੀਸਿਨ ਨਹੀਂ ਦੇ ਸਕਦੇ। ਪਰ ਫਿਰ ਕੀ ਉੱਥੇ ਜਿਹੜੇ ਨੌਜਵਾਨ ਸੀ ਉਹਨਾਂ ਦੇ ਲਈ ਕੋਈ ਪ੍ਰਬੰਧ ਨਹੀਂ ਸੀ ਕਿ ਵਾਕਈ ਜੋ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਿਹੜੇ ਡਾਕਟਰ ਜਾਂ ਸਟਾਫ ਜਾਂ ਜਿਸ ਤਰ੍ਹਾਂ ਕਾਉਂਸਲਿੰਗ ਕੀਤੀ ਜਾਂਦੀ ਉਹ ਚੀਜ਼ਾਂ ਸਨ ਉੱਥੇ? ਨਹੀਂ, ਉੱਥੇ ਨਸ਼ਾ ਛਡਾਊ ਜਿੱਦਾਂ ਡੀਡਿਕਸ਼ਨ ਸੈਂਟਰ ਦੇ ਵਿੱਚ ਹੁੰਦੇ ਆ ਨਾ ਸਾਰਾ ਕੁਝ, ਉਵੇਂ ਫੈਸਿਲਿਟੀਆਂ ਨਹੀਂ ਸੀ ਹੈਗੀਆਂ ਉੱਥੇ ਸਿਰਫ ਮਤਲਬ ਜਿਵੇਂ ਕਹਿ ਦੋ ਵੀ ਜਿੰਨੇ ਕੁ ਨੌਜਵਾਨ ਆਉਂਦੇ ਸੀਗੇ ਉਹਨੇ ਕੀ ਵਾਪਸ ਮਤਲਬ ਫਿਰ ਚਲੇ ਜਾਂਦੇ ਸੀ। ਜਿਵੇਂ ਜ਼ਿਆਦਾ ਪਪੂਲਰੀ ਹੋ ਗਈ ਸੀ ਹਨਾ, ਉਹ ਜ਼ਿਆਦਾ ਹੀ ਆਈ ਜਾਂਦੇ ਸੀ। ਜਿਵੇਂ ਜਿਹੜੀਆਂ ਉਹਨਾਂ ਦੀਆਂ ਸਪੀਚਾਂ ਜਾਂ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਲੱਗਦਾ ਸੀ ਕਿ ਉੱਥੇ ਨੌਜਵਾਨਾਂ ਦਾ ਨਸ਼ਾ ਛੁਡਾਇਆ ਜਾਂਦਾ ਤਾਂ ਲੋਕ ਆਪਣੇ ਆਪਣੇ ਨੌਜਵਾਨ ਪੁੱਤਾਂ ਨੂੰ ਉੱਥੇ ਛੱਡ ਜਾਂਦੇ ਸੀ, ਪਰ ਬਾਅਦ ਦੇ ਵਿੱਚ ਕੀ ਉਹਦਾ ਰਿਜ਼ਲਟ ਨਿਕਲਦਾ ਸੀ? ਨਸ਼ਾ ਛੱਡਦੇ ਸੀ ਜਾਂ ਨਹੀਂ? ਮਤਲਬ ਤੁਸੀਂ ਕਹਿ ਲਓ ਵੀ ਨਹੀਂ ਸੀ ਛੱਡਦੇ ਇੱਕ ਹਿਸਾਬ ਦੇ, ਜਿੱਦਾਂ ਕਹਿ ਦਈਏ ਉਹ ਜਿਹੜਾ 1-2 ਜਣੇ ਜਿੱਦਾਂ ਛੱਡ ਗਏ ਉਹ ਵੀ ਗੁਰੂ ਦੇ ਲੜ ਲੱਗ ਕੇ, ਬਾਕੀ ਮਤਲਬ ਆਪਾਂ ਕਹਿ ਦਈਏ ਵੀ 90% ਲੋਕ ਵਾਪਸ। ਤਾਂ ਜੇਕਰ ਨਸ਼ਾ ਮੁਕਤੀ ਕੇਂਦਰ ਖੋਲਿਆ ਗਿਆ ਔਰ ਉਸ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਨੌਜਵਾਨ ਨਸ਼ਾ ਛੱਡ ਨਹੀਂ ਪਾ ਰਹੇ ਸੀ, ਔਰ ਦੂਜਾ ਪੁਆਇੰਟ ਇਹ ਵੀ ਕਿ ਜੇਕਰ ਉੱਥੇ ਡਾਕਟਰ ਹੀ ਨਹੀਂ ਸੀ ਤਾਂ ਫਿਰ ਨਸ਼ਾ ਮੁਕਤੀ ਕੇਂਦਰ ਕਿਵੇਂ? ਖੈਰ ਜੋ ਦਾਅਵੇ ਕੀਤੇ ਜਾਣ ਤੇ ਉਹਨਾਂ ਦਾਅਵਿਆਂ ਦਾ ਸੱਚ ਰਾਜ਼ਦਾਰੀ ਸਾਹਮਣੇ ਲਿਆ ਕੇ ਰੱਖ ਦੇਵੇ ਪੰਜਾਬ ਦੇ ਲੋਕਾਂ ਦੇ, ਫਿਰ ਫਰਕ ਤਾਂ ਪੈਂਦਾ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਭਾਰਤੀ ਕੁਸ਼ਤੀ ਸੰਘ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ FIR ਦਰਜ ਕਰਨ ਦੀ ਮੰਗ ਨੂੰ ਲੈ ਕੇ ਮਹਿਲਾ ਪਹਿਲਵਾਨਾਂ ਨੇ ਹੁਣ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ। ਸਾਰੇ ਰੈਸਲਰਸ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਮੋਰਚਾ ਖੋਲ੍ਹਦੇ ਹੋਏ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੈ। ਇਸ ਪਟੀਸ਼ਨ ਦੇ ਵਿੱਚ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ FIR ਦਰਜ ਕਰਨ ਦੀ ਮੰਗ ਹੈ। ਪਟੀਸ਼ਨ ਦਾਖਲ ਕਰਨ ਵਾਲਿਆਂ ਦੇ ਵਿੱਚ ਵਿਨੇਸ਼ ਫੋਗਾਟ ਤੋਂ ਇਲਾਵਾ 7 ਮਹਿਲਾ ਪਹਿਲਵਾਨ ਵੀ ਸ਼ਾਮਲ ਨੇ। आप ब्रजभूषण के खिलाफ में FIR क्यों नहीं कर रहे हो? हमें ये नौबत ही नहीं आती आज। अगर हमें न्याय मिल जाए तो हमें ये नौबत ही नहीं आती आज। तो हमारा खाना पानी बंद करने से ऐसा नहीं होगा कि हम यहाँ से चले जाएंगे, हम मर जाएंगे जंतर मंतर पे, लेकिन न्याय के साथ में जाएंगे। अगर हमारे साथ न्याय नहीं हुआ ना तो पूरा देश देखेगा कि खिलाड़ी जंतर मंतर पे शहीद हुए थे। ਪਟੀਸ਼ਨ ਦੇ ਵਿੱਚ ਕਿਹਾ ਗਿਆ ਕਿ ਦਿੱਲੀ ਦੇ ਕਨੌਟ ਪਲੇਸ ਥਾਣੇ ਦੇ ਵਿੱਚ ਸ਼ਿਕਾਇਤ ਕਰਨ ਦੇ ਬਾਵਜੂਦ ਵੀ FIR ਦਰਜ ਨਹੀਂ ਕੀਤੀ ਗਈ। हम कभी ऐसे आंदोलन हमने किए नहीं है, हम खिलाड़ी हैं, हम मेहनत करते हैं बस, और ये चीज़ें हमें नहीं पता थी। लेकिन अब हमें भी समझ में आ रहा है कि हमारे साथ राजनीति हुई है
लेकिन हम अगर जब तक न्याय नहीं मिलेगा, चाहे हमें यहाँ फांसी लगानी पड़े, हम यहीं रहेंगे। यही अगर कुछ भी नहीं आएगा तब भी यही रहेंगे। ਮਹਿਲਾ ਪਹਿਲਵਾਨਾਂ ਦੇ ਵੱਲੋਂ 21 ਅਪ੍ਰੈਲ ਨੂੰ ਸ਼ਿਕਾਇਤ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਕੌਮੀ ਮਹਿਲਾ ਕਮਿਸ਼ਨ ਨੂੰ ਵੀ ਚਿੱਠੀ ਲਿਖ ਕੇ ਇਨਸਾਫ ਦੀ ਮੰਗ ਕੀਤੀ ਗਈ। ਦੱਸ ਦਈਏ ਕਿ ਭਾਰਤੀ ਕੁਸ਼ਤੀ ਸੰਘ ਦੇ ਮੁਖੀ ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਪਹਿਲਵਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। ਤਾਂ ਇੱਕ ਵਾਰ ਫਿਰ ਤੋਂ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਦੇਸ਼ ਦੇ ਵੱਡੇ ਪਹਿਲਵਾਨ ਜਿਨ੍ਹਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ, ਖਾਸ ਤੌਰ ਤੇ 올림픽ਸ ਵਰਗੇ ਪਲੇਟਫਾਰਮ ਦੇ ਉੱਤੇ ਵੀ। ਅੱਗੇ ਵਧਦੇ ਤੇ ਵਾਰੀ ਅੱਜ ਦੇ ਸਵਾਲ ਦੀ। ਅੱਜ ਦਾ ਸਵਾਲ WFI ਦੇ ਨਾਲ ਹੀ ਜੁੜਿਆ ਹੋਇਆ ਹੈ। ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੀ ਸਥਾਪਨਾ ਕਦੋਂ ਹੋਈ ਸੀ? ਭਾਰਤੀ ਕੁਸ਼ਤੀ ਸੰਘ ਦੀ ਸਥਾਪਨਾ ਕਦੋਂ ਹੋਈ ਸੀ? ਅੱਜ ਦਾ ਸਵਾਲ ਹੈ। A 1948 ਚ, B 1957 ਦੇ ਵਿੱਚ, C 1964 ਦੇ ਵਿੱਚ ਜਾਂ ਆਪਸ਼ਨ D 1971 ਦੇ ਵਿੱਚ। ਇਹ ਸਵਾਲ ਇਸ ਕਰਕੇ ਕਿਉਂਕਿ ਰੈਸਲਿੰਗ ਫੈਡਰੇਸ਼ਨ ਦੇ ਪ੍ਰਧਾਨ ਦੇ ਖਿਲਾਫ ਪਹਿਲਵਾਨਾਂ ਦੇ ਵੱਲੋਂ ਹੀ ਮੋਰਚਾ ਖੋਲ੍ਹਿਆ ਗਿਆ ਹੈ। ਗ੍ਰਿਫਤਾਰੀ ਦੀ ਮੰਗ, ਪਰਚਾ ਦਰਜ ਕਰਨ ਦੀ ਮੰਗ